ਕਹਿੰਦੇ 2017 ਦੇ ਵਿੱਚ ਉਹ ਬੱਚੇ ਜਿਹੜੇ 5 ਸਾਲ ਤੋਂ ਛੋਟੇ ਸੀ, 2017 ਯਾਨੀ ਕਿ 3 ਸਾਲ ਪਹਿਲਾਂ 5 ਸਾਲ ਤੋਂ ਛੋਟੇ ਬੱਚੇ ਜਿਹੜੇ ਨੇ ਉਹਨਾਂ ਦੀ ਗਿਣਤੀ ਸੀ 681 ਮਿਲੀਅਨ। ਜਦੋਂ ਕਿਸੇ ਵੀ ਕੰਟਰੀ ਦੇ ਵਿੱਚ ਪਾਪੂਲੇਸ਼ਨ ਇਨਫ ਨਾ ਰਹੀ, ਜੇ ਅੱਜ US ਦੇ ਵਿੱਚ ਪਾਪੂਲੇਸ਼ਨ ਇਨਫ ਨਹੀਂ ਹੈਗੀ, ਕੈਨੇਡਾ ਵਿੱਚ ਨਹੀਂ ਹੈਗੀ, ਯੂਰਪ ਦੇ ਵਿੱਚ ਨਹੀਂ ਹੈਗੀ, ਉਹ ਸਾਰੇ ਦੇ ਸਾਰੇ ਏਸ਼ੀਆ ਵੱਲ ਵੇਖਦੇ ਨੇ। ਅਕਸਰ ਹੀ ਮਾਪਿਆਂ ਦੇ ਵਿੱਚ ਦਿਮਾਗ ਦੇ ਵਿੱਚ ਇੱਕ ਖੁਆਇਸ਼ ਹੁੰਦੀ ਹੈ ਕਿ ਸਾਡੇ ਬੱਚੇ ਬਹੁਤ ਵਧੀਆ ਸੈਟਲ ਹੋਣ, ਲੇਕਿਨ ਕਈ ਵਾਰੀ ਅਸੀਂ ਡਿਸੀਜ਼ਨ ਇਹ ਜਿਹੇ ਲੈ ਲੈਂਦੇ ਹਾਂ ਕਿ ਬੱਚੇ ਉਸ ਦੇ ਕਾਬਿਲ ਹੋਣ ਜਾਂ ਨਾ ਹੋਣ, ਅਸੀਂ ਚਾਹੁੰਦੇ ਹਾਂ ਕਿ ਉਹ ਇਸ ਮੁਕਾਮ ਦੇ ਉੱਪਰ ਪਹੁੰਚਣ। ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਦੇ ਵਿੱਚ, ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੇ ਵਿੱਚ ਮਿਸਟਰ ਸਿੱਧੂ ਦੇ ਦੋਨੋਂ ਬੱਚੇ ਜਿਹੜੇ ਨੇ ਉੱਥੇ ਉਹਨਾਂ ਨੂੰ ਐਡਮਿਸ਼ਨ ਮਿਲੀ, ਲੇਕਿਨ ਇਹ ਕਿਤੇ ਨਾ ਕਿਤੇ ਕੁਛ ਨਾ ਕੁਛ ਗਲਤ ਸਾਹਮਣੇ ਆਇਆ ਤਾਂ ਇਨਵੈਸਟੀਗੇਸ਼ਨਸ ਸ਼ੁਰੂ ਹੋਈਆਂ। ਗੁੱਡ ਮਾਰਨਿੰਗ ਕੈਨੇਡਾ ਐਂਡ ਵੈਲਕਮ ਟੂ ਦ ਮਾਰਨਿੰਗ ਸ਼ੋ। ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਤੁਹਾਡੀ ਆਪਣੀ ਮੇਜ਼ਬਾਨ ਅੰਮ੍ਰਿਤ ਪੱਟੀ। ਦੋਸਤੋ, ਅੱਜ ਦੀ ਸਾਰੀ ਦੁਨੀਆ ਦੀ ਖਬਰਸਾਰ ਲੈ ਕੇ ਮੈਂ ਤੁਹਾਡੇ ਵਾਸਤੇ ਹਾਜ਼ਰ ਹਾਂ। ਔਰ ਅੱਜ ਜਿਹੜੀ ਸਾਡੇ ਕੋਲੇ ਨਿਊਜ਼ ਹੈਗੀ ਹੈ, ਬਹੁਤ ਹੀ ਡਿਫਰੈਂਟ ਨਿਊਜ਼ ਹੈ। ਇੱਕ ਖਾਸ ਵਿਸ਼ਲੇਸ਼ਣ ਹੈ, ਇੱਕ ਖਾਸ ਰਿਪੋਰਟ ਹੈ। ਵੈਸੇ ਤਾਂ ਕੋਈ ਵੀ ਜਿਹੜੀ ਯੂਨੀਵਰਸਿਟੀ ਹੈ ਜਦੋਂ ਰਿਸਰਚ ਕਰਦੀ ਹੈ, ਉਹਨਾਂ ਦੇ ਬੈਕ ਆਫ ਮਾਈਂਡ ਕੁਛ ਨਾ ਕੁਛ ਚੱਲਦਾ ਹੁੰਦਾ। ਉਹਨਾਂ ਨੂੰ ਐਂ ਲੱਗਦਾ ਕਿ ਸ਼ਾਇਦ ਇਸ ਤਰ੍ਹਾਂ ਹੋ ਸਕਦਾ ਹੈ। ਉਸ ਤੋਂ ਬਾਅਦ ਫਿਰ ਉਹ ਉਹਦੇ ਉੱਪਰ ਸਰਵੇ ਕਰਨਾ ਸ਼ੁਰੂ ਕਰਦੇ ਨੇ, ਰਿਪੋਰਟਸ ਤਿਆਰ ਕਰਦੇ ਨੇ। ਹੁਣ ਇੱਕ ਬਹੁਤ ਵੱਡੀ ਰਿਪੋਰਟ ਆਈ ਹੈ ਯੂਨੀਵਰਸਿਟੀ ਆਫ ਵਾਸ਼ਿੰਗਟਨ ਇੰਸਟੀਚਿਊਟ ਆਫ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ। ਉਹਨਾਂ ਨੇ ਜਿਹੜੀ ਇਹ ਰਿਪੋਰਟ ਦਿੱਤੀ ਹੈ, ਜਿਹੜਾ ਸਰਵੇ ਕੀਤਾ ਹੈ, ਜਾਂ ਫਿਰ ਉਹਨਾਂ ਨੇ ਇਹ ਦੱਸਿਆ ਕਿ ਅਗਲੇ ਕੁਝ ਸਾਲਾਂ ਦੇ ਵਿੱਚ ਕੀ ਹੋ ਸਕਦਾ ਹੈ, ਉਹਨੂੰ ਸੁਣ ਕੇ ਬਹੁਤ ਸਾਰੇ ਜਿਹੜੇ ਇੰਡੀਵਿਜੂਅਲਸ ਨੇ, ਇੰਟੈਲੈਕਚੁਅਲਸ ਨੇ, ਉਹ ਕਹਿੰਦੇ ਸਾਡੇ ਮੂੰਹ ਜਿਹੜੇ ਨੇ ਉਹ ਖੁੱਲ੍ਹੇ ਦੇ ਖੁੱਲ੍ਹੇ ਰਹਿ ਗਏ। ਅਸੀਂ ਜੋ ਸੋਚ ਰਹੇ ਸੀ ਇਹ ਰਿਪੋਰਟ ਉਸ ਤੋਂ ਬਹੁਤ ਜ਼ਿਆਦਾ ਵੱਖਰਾ ਕਹਿੰਦੀ ਹੈ। ਜੇ ਸਹੀ ਮਾਇਨਿਆਂ ਦੇ ਵਿੱਚ ਇਹ ਦੇਖਿਆ ਜਾਵੇ ਤਾਂ ਇੱਕ ਜਿਹੜੇ ਸਾਡੇ ਪ੍ਰੋਫੈਸਰ ਨੇ, ਯੂਨੀਵਰਸਿਟੀ ਕਾਲਜ ਲੰਡਨ ਦੇ ਪ੍ਰੋਫੈਸਰ ਨੇ, ਪ੍ਰੋਫੈਸਰ ਅਬਰਾਹਮ ਅਬੂ-ਬਾਕਰ, ਉਹਨਾਂ ਨੇ ਕਿਹਾ ਜਿਹੜੀ ਇਹ ਰਿਪੋਰਟ ਹੈ, ਜੇ 50% ਵੀ ਸਹੀ ਹੋਈ, ਪੂਰੀ ਨਹੀਂ, ਜੇ 50% ਵੀ ਸਹੀ ਹੋਈ ਤਾਂ ਇਮੀਗ੍ਰੇਸ਼ਨ ਹੈ ਜਿਹੜੀ ਸਾਰੀ ਦੁਨੀਆ ਦੇ ਵਿੱਚ, ਉਹ ਆਪਸ਼ਨ ਨਹੀਂ ਰਹਿ ਜਾਣੀ, ਉਹ ਨੈਸੈਸਿਟੀ ਬਣ ਜਾਣੀ ਹੈ। ਉਹ ਕਹਿੰਦੇ ਉਸ ਤੋਂ ਬਿਨਾਂ ਕੋਈ ਵੀ ਕੰਮ ਚੱਲਣਾ ਨਹੀਂ ਹੈ। ਜੇ ਇਹ ਰਿਪੋਰਟ ਸਹੀ ਹੋਈ ਤਾਂ ਦੁਨੀਆ ਦੇ ਸਾਰੇ ਬਾਰਡਰਸ ਹੈ ਜਿਹੜੇ, ਉਹਨਾਂ ਨੂੰ ਓਪਨ ਕਰਨਾ ਪੈਣਾ ਅਤੇ ਉਸ ਤੋਂ ਬਾਅਦ ਹਰ ਇੱਕ ਦੇਸ਼ ਲੜੇਗਾ ਬੰਦਿਆਂ ਦੇ ਲਈ, ਇਮੀਗ੍ਰੇਸ਼ਨ ਦੇ ਲਈ। ਲੋਕ ਆਪਣੇ ਇਮੀਗ੍ਰੈਂਟਸ ਨੂੰ, ਲੋਕ ਆਪਣੇ ਜਿਹੜੇ ਨੈਸ਼ਨਲ ਜਿਹੜੇ ਸਿਟੀਜ਼ਨਸ ਨੇ, ਉਹਨਾਂ ਨੂੰ ਹੋਲਡ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਦੂਸਰੀਆਂ ਜਿਹੜੀਆਂ ਕੰਟਰੀਜ਼ ਹੈ ਉਹ ਉਹਨਾਂ ਨੂੰ ਵੱਧ ਇਨਸੈਂਟਿਵਸ ਦੇ ਕੇ ਬੁਲਾਉਣ ਦੀ ਕੋਸ਼ਿਸ਼ ਕਰਨਗੀਆਂ। ਲੈਟਸ ਗੋ ਲਿਟਲ ਬਿਟ ਬੈਕ। ਸਾਨੂੰ ਸਾਰਿਆਂ ਨੂੰ ਚੰਗਾ ਲੱਗਦਾ ਹੈ ਕਿ ਅਸੀਂ ਕਿਸੇ ਚੰਗੀ ਕੰਟਰੀ ਦੇ ਵਿੱਚ ਜਾਈਏ ਜਿੱਥੇ ਕਿ ਚੰਗੀ ਲਾਈਫ ਹੋਵੇ। ਅਸੀਂ ਇਸੇ ਲਈ ਆਪਣੇ ਜਿਹੜੇ ਜੱਦੀ ਮੁਲਕ ਨੇ ਉਹਨਾਂ ਨੂੰ ਛੱਡ ਕੇ ਕਿਸੇ ਹੋਰ ਕੰਟਰੀ ਦੇ ਵਿੱਚ ਜਾਂਦੇ ਹਾਂ। ਹੁਣ ਜੇ ਫੋਰ ਐਗਜ਼ਾਮਪਲ ਅਸੀਂ ਗੱਲ ਕਰਦੇ ਹਾਂ, ਉਹ ਵਾਲੀਆਂ ਕੰਟਰੀਜ਼ ਸਾਨੂੰ ਬੁਲਾਉਂਦੀਆਂ ਕਿਉਂ ਨੇ? ਕਿਉਂਕਿ ਉਹਨਾਂ ਦੇ ਕੋਲੇ ਆਪਣੀ ਪਾਪੂਲੇਸ਼ਨ ਘੱਟ ਹੈ। ਜੇ ਅਸੀਂ ਗੱਲ ਕਰਦੇ ਹਾਂ ਕੈਨੇਡਾ ਦੀ, ਕੈਨੇਡਾ ਵਿੱਚ ਜਿਹੜੀ ਬਰਥ ਰੇਟ ਹੈ, ਫਰਟੈਲਿਟੀ ਰੇਟ ਹੈਗਾ ਉਹ 1.5 ਹੈ। ਇੱਕ ਔਰਤ 1.5 ਬੱਚੇ ਜਿਹੜੇ ਨੇ ਉਹ ਜੰਮਦੀ ਹੈ। ਜੇ ਆਸਟ੍ਰੇਲੀਆ ਦੇ ਵਿੱਚ ਗੱਲ ਕਰਦੇ ਹਾਂ 1.8 ਹੈ। ਜੇ ਉਸ ਤੋਂ ਬਾਅਦ US ਦੀ ਗੱਲ ਕਰਦੇ ਹਾਂ ਉਹ 1.7 ਹੈ। ਜੇ ਜਰਮਨੀ ਦੀ ਗੱਲ ਕਰਦੇ ਹਾਂ ਤਾਂ ਉਹ 1.5 ਦੇ ਉੱਪਰ ਹੀ ਖੜੀ ਹੈ। ਜੇ ਅਸੀਂ ਇਹ ਸਾਰਾ ਕੁਝ ਛੱਡ ਦਈਏ, ਸਭ ਤੋਂ ਪਹਿਲਾਂ ਇਹ ਵੇਖੀਏ ਕਿ ਸਾਰੀ ਦੁਨੀਆ ਦੀ ਰਿਪੋਰਟ ਕੀ ਕਹਿੰਦੀ ਹੈ। ਸਾਰੀ ਦੁਨੀਆ ਦੇ ਵਿੱਚ 1950 ਦੇ ਵਿੱਚ, ਅੱਜ ਤੋਂ ਤਕਰੀਬਨ 70 ਸਾਲ ਪਹਿਲਾਂ, ਇੱਕ ਔਰਤ ਜਿਹੜੀ ਸੀ ਉਹ ਐਵਰੇਜ 4.7 ਬੱਚੇ ਜਿਹੜੇ ਨੇ ਉਹ ਜੰਮਦੀ ਸੀ, 4.7। ਔਰ 2017 ਦੇ ਵਿੱਚ ਇਹ ਬਰਥ ਰੇਟ ਜਿਹੜਾ ਹੈਗਾ ਇਹ ਡਿੱਗ ਕੇ 2.4 ਹੋ ਗਿਆ। ਸੋ ਇੱਕ ਔਰਤ 4.7 ਦੀ ਬਜਾਏ 2.4 ਬੱਚੇ ਜਿਹੜੇ ਨੇ ਉਹ ਜੰਮਦੀ ਹੈ। ਉਹ ਕਹਿੰਦੇ 2100 ਦੇ ਵਿੱਚ, ਯਾਨੀ ਕਿ ਅੱਜ ਤੋਂ ਸਿਰਫ 80 ਸਾਲ ਬਾਅਦ ਇਹ 1.7 ਹੋ ਜਾਣਾ। ਜੇ 2064 ਦੇ ਵਿੱਚ ਦੇਖਿਆ ਜਾਵੇ, ਕਹਿੰਦੇ ਸਾਰੀ ਦੁਨੀਆ ਦੀ ਪਾਪੂਲੇਸ਼ਨ ਸਭ ਤੋਂ ਜ਼ਿਆਦਾ ਹੋਏਗੀ 9.7 ਬਿਲੀਅਨ, ਲੇਕਿਨ ਉਸ ਤੋਂ ਬਾਅਦ ਇਹ 2100 ਦੇ ਵਿੱਚ ਘਟ ਕੇ 8.8 ਬਿਲੀਅਨ ਰਹਿ ਜਾਏਗੀ।
दोस्तों हुण तुसीं इस गल नूं जदों हुण तक सुनिया तुसीं ये महसूस किया होना भी ये तो चंगी गल है, दुनिया दे विच इन्नी ज़्यादा जनता हो गई है, ये जे घट रही है तो बहुत वधिया गल है। लेकिन यह वधिया गल दे नाल नाल एक चिंता का विषा किस तरह है वो मैं तुहानूं अज जरूर दसदी हां जो इस रिपोर्ट दे विच दस्सिया होया। वो कहंदे कि जदों 2100 ते 2017 इनू कंपेयर किया जाएगा, वो कहंदे 2017 दे विच वो बच्चे जिहड़े 5 साल तो छोटे सी, 2017 यानी कि 3 साल पहला 5 साल तो छोटे बच्चे जिहड़े ने उन्हां दी गिणती सी 681 मिलियन। 681 मिलियन 5 साल तो छोटा बच्चा सी, लेकिन जिहड़ा 2100 है अज तो 80 साल बाद यह सिर्फ 401 मिलियन रह जानी है, यानी कि 200 कुछ मिलियन बच्चे घट जाने। हुण तुसीं सोचिया भी ठीक है बच्चे घट गए तो फिर किहड़ी वड्डी गल है, बट इहदे नाल दूसरी जिहड़ी वड्डी गल देखण वाली ये है कि उस वक्त 80 साल तो उपर दे लोकां दी गिणती किन्नी होनी है। 2017 दे विच 80 साल तो उपर दे लोग जिहड़े ने उन्हां दी गिणती है 141 मिलियन। इन्ने लोग 80 साल तो उपर ने, लेकिन 2100 दे विच ये हो जानी है 866 मिलियन। हुण जिहड़े लोग अज सारी दुनिया दे विच ने वो अल्टीमेटली ओल्ड हो रहे ने, लेकिन जिहड़े लोग अगे जम्मने ने उन्हां दी रेशो जिहड़े वड्डे हो रहे ने उन्हां नालों बहुत ज़्यादा घट है। कित्थे तां 141 मिलियन ते किस उस तो बाद सिर्फ 80 सालां दे विच 866 मिलियन लोग जिहड़े ने सारी दुनिया दे विच ओह 80 साल तो उपर होणगे। ये लोग 80 साल तो उपर हो गए, लेकिन बच्चे ने जिहड़े वो जम नहीं रहे। उन्हां सारे बजुर्गां दे वास्ते पैसा टैक्स किहने घटाउणा है? जे बच्चे नहीं होए तो टैक्स कित्थों कटिया जा सकता है? वैल इहदी जिहड़ी सारी सिचुएशन है, हुण वो कहंदे भी जदों किसी भी कंट्री दे विच पापूलेशन इनफ ना रही, जे अज यूएस दे विच पापूलेशन इनफ नहीं हैगी, कैनेडा विच नहीं हैगी, यूरोप दे विच नहीं हैगी, वो सारे दे सारे एशिया वाल वेखदे ने कि एशिया तो पापूलेशन जिहड़ी है वो साडी कंट्री दे विच आवे। लेकिन जे एशिया दे विच भी पापूलेशन ना रही तो फिर अगे ये सारे लोग कित्थे जाणगे? ये बहुत बड़ा क्वेश्चन जिहड़ा हैगा ये सारी दुनिया के सामने आ जाके खड़ा होया। जे सब तो पहली गल सिंपली वे नाल देखा जाए, जिहड़ियां बहुत अमीर कंट्रियां ने जिथे लोगों के कोले बहुत ज़्यादा फैसिलिटीज़ ने उत्थे बच्चे बहुत ज़्यादा घट पैदा होंदे ने, और जिहड़ियां गरीब कंट्रीज़ ने उत्थे बच्चियां जिहड़ी है दर है ग्रोथ है बर्थ रेट है वो वध है। वो कहंदे अमीरां दे कोले अपने एंटरटेनमेंट दे लई होर बहुत सारे साधन है, लेकिन गरीबां दे कोले एंटरटेनमेंट लई सिर्फ इक्को साधन रह जाता है, तो वो है सैक्स। तो उस दे नाल फिर उन्हां दे कोले इन्ने भी पैसे नहीं होंदे कि वो जाके अबॉर्शन करा लैन, या फिर वो कोई होर जिहड़े ने वो अजिही कोई चीज़ यूज़ करन जिन्ना बच्चे घट होण, इस करके उन्हां दे बच्चों की दर जिहड़ी है बहुत ज़्यादा है। लेकिन बहुत सारियां कंट्रीज़ दे विच दर इन्नी को डिग्री है जिहड़ी अलार्मिंग है। हुण सब तो पहला गल करते हैं जापान की। 2017 दे विच 128 मिलियन की सिर्फ पापूलेशन है उत्थे। 128 मिलियन 2100 दे विच कहंदे सिर्फ 58 मिलियन रह जानी है। और जापान ने अज तक इमीग्रेशन पॉलिसीज़ बहुत ज़्यादा सख्त रखियां ने भी साडी कंट्री च होर कोई बंदा आना नहीं चाहिए, लेकिन अज उन्होंने ये सारा वेख के अपनी कंट्रीज़ की इमीग्रेशन पॉलिसीज़ ईजी करनियां पईयां ने। वो कहंदे जिस हिसाब नाल साडी बर्थ रेट है 1.4, असी किते भी नहीं जा सकते, असी करांगे कि बहुत सारिया कंट्रीज़ ने मैटरनिटी दे नाल पैटर्निटी लीव देनी शुरू की है। जे बच्चा जम्मोगे तो वो मनी दे नाल इंसेंटिव दिता जाता है, बहुत सारे होर जिहड़े ने राइट्स दिते जाते हैं। फिर भी बहुत सारिया कंट्रीज़ दे विच लोग बच्चा जम्मण दे विच इंटरस्टिड ही नहीं है। जे सिंपली गल करते हैं कुछ कंट्रीज़ ने जिन्हां दी आपां जरूर गलबात करना चाहांगे। इटली दे विच 2017 च 61 मिलियन लोग ने, बहुत ज़्यादा वड्डी पापूलेशन नहीं है जे असीं ध्यान नाल वेखीए, लेकिन 2100 दे विच ये सिर्फ 28 मिलियन रह जानी है। और इटली ने बहुत वड्डी अनाउंसमेंट की है, कहंदे लास्ट ईयर साडे इत्थों 1,57,000 लोग वक्रे वक्रे होर देशां दे विच चले गए ने। वो कहंदे साडे कोले बजुर्ग ज़्यादा हो रहे ने ते काम करने वाले लोग घट रहे ने।
ਇਨਸੈਂਟਿਵਸ ਸ਼ੁਰੂ ਕੀਤੇ ਜਾ ਰਹੇ ਨੇ। ਜੇ ਕੋਈ ਵੀ ਵਿਅਕਤੀ ਬੱਚਾ ਜੰਮਦਾ ਹੈਗਾ ਉਹਨੂੰ ਇਨਸੈਂਟਿਵ ਦਿੱਤੇ ਜਾਣਗੇ। ਵਾਓ, ਗੱਲਾਂ ਅਸੀਂ ਕਿਸੇ ਹੋਰ ਤਰੀਕੇ ਸੋਚਦੇ ਰਹੇ ਹਾਂ। ਦੂਸਰੀ ਵੱਡੀ ਗੱਲ ਚਾਈਨਾ। ਤੁਸੀਂ ਸੋਚਦੇ ਹੋਵੋਗੇ ਚਾਈਨਾ ਦੇ ਵਿੱਚ ਤਾਂ ਪਹਿਲਾਂ ਹੀ ਪਾਪੂਲੇਸ਼ਨ ਬਹੁਤ ਹੈ, ਲੇਕਿਨ ਮਿਸਮੈਨੇਜਮੈਂਟ ਬਹੁਤ ਤਕੜੀ ਹੋਈ ਉੱਥੇ। 1979 ਦੇ ਵਿੱਚ ਉੱਥੇ 1 ਚਾਈਲਡ ਦਾ ਲਾਅ ਜਿਹੜਾ ਹੈਗਾ ਉਹ ਪਾਸ ਕੀਤਾ ਗਿਆ। ਉਹ ਸਿਰਫ ਇੱਕ ਬੱਚਾ ਹੋਣਾ ਚਾਹੀਦਾ। ਉਹਦੇ ਨਾਲ ਜਿਹੜੇ ਮੈਨ ਤੇ ਵਮਨ ਉਹਦੀ ਰੇਸ਼ੋ ਦੇ ਵਿੱਚ ਇੰਨਾ ਵੱਡਾ ਫਰਕ ਆ ਗਿਆ ਕਿ ਅੱਜ ਉੱਥੇ 30 ਮਿਲੀਅਨ ਮੁੰਡੇ ਇਕੱਲੇ ਇਕੱਲੇ ਰਹਿੰਦੇ ਨੇ ਤੇ ਉਹਨਾਂ ਵਾਸਤੇ ਕੋਈ ਵੀ ਦੁਲਹਨ ਜਾਂ ਕੋਈ ਵੀ ਬ੍ਰਾਈਡ ਅਵੇਲੇਬਲ ਨਹੀਂ ਹੈ। 30 ਮਿਲੀਅਨ ਵਿਅਕਤੀ। ਉਸ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਕੰਟਰੋਲ ਕੀਤਾ ਗਿਆ, ਉਹ ਕਹਿੰਦੇ ਅੱਜ ਸਾਡੇ ਕੋਲੇ ਜਿਹੜਾ ਬਰਥ ਰੇਟ ਹੈਗਾ ਉਹ 70 ਸਾਲਾਂ ਦੇ ਵਿੱਚ ਪਹਿਲੀ ਵਾਰੀ ਇੰਨਾ ਜ਼ਿਆਦਾ ਘਟਿਆ ਕਿ ਉਹਨਾਂ ਨੂੰ ਹੁਣ ਇਹ 1 ਚਾਈਲਡ ਪਾਲਿਸੀ ਖਤਮ ਕਰਕੇ ਇਹ ਕਹਿਣਾ ਪਿਆ ਕਿ ਪਲੀਜ਼ 2-2 ਬੱਚੇ ਜੰਮੋ ਸਾਰੇ ਲੋਕ। ਹਰ ਕਪਲ ਦੇ 2 ਬੱਚੇ ਹੋਣੇ ਜ਼ਰੂਰੀ ਨੇ। ਦੋਸਤੋ, ਈਰਾਨ ਦੀ ਗੱਲ ਕਰਦੇ ਆ। ਈਰਾਨ ਦੇ ਮਿਨਿਸਟਰ ਨੇ, ਹੈਲਥ ਮਿਨਿਸਟਰ ਨੇ ਲਾਸਟ ਈਅਰ ਇਹ ਅਨਾਊਂਸਮੈਂਟਸ ਕੀਤੀਆਂ ਨੇ ਕਿ ਸਾਡੇ ਇੱਥੇ ਬਰਥ ਰੇਟ 1.1 ਰਹਿ ਗਿਆ। ਸੋ ਬੜੀ ਜਲਦੀ ਇਹ ਪਾਪੂਲੇਸ਼ਨ ਅੱਧ ਤੇ ਆ ਜਾਣੀ ਹੈ। ਜੇ ਉਸ ਤੋਂ ਬਾਅਦ ਸਿੰਗਾਪੁਰ ਦੀ ਗੱਲ ਕਰਦੇ ਆ, ਸਿੰਗਾਪੁਰ ਇਹ ਜਿਹੜਾ ਹੈ ਈਰਾਨ ਨਾਲੋਂ ਬਹੁਤ ਹੀ ਜ਼ਿਆਦਾ ਦੂਰ ਨਹੀਂ ਹੈ। 1.3 ਫਰਟੀਲਿਟੀ ਰੇਟ ਹੈ ਉੱਥੇ। ਇੱਕ ਔਰਤ ਦੇ ਸਿਰਫ 1.3 ਬੱਚੇ ਹੁੰਦੇ ਨੇ। ਇੱਕ ਕਿਸੇ ਵੀ ਕੰਟਰੀ ਦੀ ਜਿਹੜੀ ਪਾਪੂਲੇਸ਼ਨ ਹੈ ਉਹਨੂੰ ਓਨੀ ਰੱਖਣ ਵਾਸਤੇ 2.1 ਬੱਚੇ ਜੰਮਣੇ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਜਿੰਨੇ ਬੱਚੇ ਵੀ ਜੰਮਦੇ ਨੇ ਉਹ ਅਡਲਟਹੁੱਡ ਤੱਕ ਜਿਹੜੇ ਨੇ ਉਹ ਜਿਉਂਦੇ ਰਹਿਣ। ਲੇਕਿਨ ਜਿੱਥੇ ਬੱਚੇ ਜੰਮ ਹੀ 1.3 ਰਹੇ ਨੇ ਤੇ ਉਹਨਾਂ ਨੇ ਅਡਲਟਹੁੱਡ ਤੱਕ ਪਹੁੰਚਦੇ ਪਹੁੰਚਦੇ ਕਿੰਨੇ ਰਹਿ ਜਾਣਾ। ਅੱਜ ਹਰ ਇੱਕ ਕੰਟਰੀ ਇਹ ਦੇਖ ਰਹੀ ਹੈ ਕਿ ਉਹਨਾਂ ਨੂੰ ਇਮੀਗ੍ਰੈਂਟਸ ਕਿੱਥੋਂ ਮਿਲ ਸਕਦੇ ਨੇ। US ਨੇ ਐਡਾ ਵੱਡਾ ਫੈਸਲਾ ਲਿਆ ਹੈਗਾ ਕਿ 1 ਮਿਲੀਅਨ ਲੋਕ ਜਿਹੜੇ ਉਹਨਾਂ ਨੇ ਕਿਹਾ ਸੀ ਕਿ ਵਾਪਸ ਕਰ ਦਿਓ, ਉਹ ਕਹਿੰਦੇ ਨਹੀਂ ਨਹੀਂ ਨਹੀਂ, ਇਹ ਬੰਦੇ ਸਾਰੇ ਸਾਨੂੰ ਚਾਹੀਦੇ ਨੇ। ਕਿਸੇ ਖਾਸ ਕਾਰਨ ਦੇ ਕਰਕੇ ਇਹ ਫੈਸਲੇ ਲਏ ਗਏ ਨੇ। ਜੇ ਉਸ ਤੋਂ ਬਾਅਦ ਬ੍ਰਾਜ਼ੀਲ ਦੀ ਗੱਲ ਕਰਦੇ ਹਾਂ, ਹਾਲ ਦੀ ਘੜੀ ਪਾਪੂਲੇਸ਼ਨ ਉੱਥੇ ਕਾਫੀ ਵੱਡੀ ਹੈ। ਹਾਲ ਦੀ ਘੜੀ ਜੇ ਅਸੀਂ ਕਹਿੰਦੇ ਹਾਂ ਤਾਂ ਉੱਥੇ 211 ਮਿਲੀਅਨ ਦੀ ਪਾਪੂਲੇਸ਼ਨ ਹੈ, ਲੇਕਿਨ 2100 ਦੇ ਵਿੱਚ ਕਹਿੰਦੇ 164 ਰਹਿ ਜਾਣੀ ਹੈ। ਉੱਥੇ ਦੀ ਪਾਪੂਲੇਸ਼ਨ ਨਾਲ ਜਦੋਂ ਗੱਲਬਾਤ ਕੀਤੀ ਗਈ, ਉਹ ਕਹਿੰਦੇ ਜੀ ਅਸੀਂ ਬੱਚੇ ਜ਼ਿਆਦਾ ਜੰਮਣ ਦੇ ਵਿੱਚ ਹੁਣ ਇੰਟਰਸਟ ਨਹੀਂ ਰੱਖਦੇ। ਔਰ ਇਹ ਸਾਰੀਆਂ ਗੱਲਾਂ ਤੋਂ ਬਾਅਦ ਹਲੇ ਪੈਂਡੈਮਿਕ ਜਿਹੜੇ ਆ ਰਹੇ ਨੇ ਜਾਂ ਚੱਲ ਰਹੇ ਨੇ ਉਹਨਾਂ ਦੀ ਗੱਲਬਾਤ ਵਿੱਚ ਨਹੀਂ ਕੀਤੀ ਗਈ। ਦੋਸਤੋ, ਇੰਡੀਆ ਦੀ ਗੱਲ ਕਰਦੇ ਹਾਂ। ਇੰਡੀਆ ਇੱਕ ਅਜਿਹਾ ਕੰਟਰੀ ਹੈ ਜਿਹਦੇ ਵਿੱਚ ਕਿ ਤਕਰੀਬਨ 1960 ਵਿੱਚ ਇੱਕ ਔਰਤ 5.91 ਬੱਚੇ ਜੰਮਦੀ ਸੀ, ਯਾਨੀ ਕਿ 6 ਬੱਚੇ ਕਿਸੇ ਦੇ 5 ਬੱਚੇ। ਲੇਕਿਨ ਹੁਣ ਉਹ ਦਰ ਜਿਹੜੀ ਹੈ 2.24 ਰਹਿ ਗਈ ਹੈ। ਔਰ ਇੰਡੀਆ ਹੁਣ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਉਹ ਕੰਟਰੀ ਬਣ ਜਾਣਾ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਪਾਪੂਲੇਸ਼ਨ ਹੋਏਗੀ। ਲੇਕਿਨ 2100 ਤੱਕ ਇਹਨਾਂ ਦੀ ਪਾਪੂਲੇਸ਼ਨ ਜਿਹੜੀ ਹੈ 1.3 ਤੋਂ ਘਟ ਕੇ 1.1 ਬਿਲੀਅਨ ਰਹਿ ਜਾਣੀ ਹੈ। ਜੇ 1.1 ਬਿਲੀਅਨ ਰਹਿ ਗਈ ਤਾਂ 1.3 ਵਾਸਤੇ ਜਿਹੜਾ ਸਾਰਾ ਇਨਫਰਾਸਟ੍ਰਕਚਰ ਖੜਾ ਕੀਤਾ ਹੈ, ਜਿਹੜੇ ਸਾਰੇ ਘਰ ਬਣਾਏ ਨੇ, ਜਿਹੜੇ ਸਾਰੇ ਬਿਜ਼ਨਸ ਬਣਾਏ ਨੇ, ਉਹਨਾਂ ਦਾ ਕੀ ਕਰਾਂਗੇ। ਜੇ ਸਾਡੇ 1.1 ਬਿਲੀਅਨ ਚੋਂ ਵੀ ਲੋਕ ਬਹੁਤ ਜ਼ਿਆਦਾ ਮਾਈਗ੍ਰੈਂਟ ਹੋ ਗਏ, ਕਿਤੇ ਹੋਰ ਚਲੇ ਗਏ, ਤਾਂ ਐਡੇ ਵੱਡੇ ਕੰਟਰੀ ਦੇ ਵਿੱਚ ਜਿਹੜਾ ਸਾਰਾ ਖਿਲਾਰਾ ਖਿਲਾਰਿਆ ਹੋਇਆ ਉਹਦਾ ਕੀ ਕਰਾਂਗੇ। ਇੱਕ ਅਖੀਰਲੀ ਗੱਲ ਜਿਹੜੀ ਹੋਰ ਦੇਖਣ ਦੇ ਵਿੱਚ ਆਈ ਹੈ, ਉਹ ਕਹਿੰਦੇ ਅੱਜ ਜੇ ਕਿਤੇ ਪਾਪੂਲੇਸ਼ਨ ਵੱਧ ਰਹੀ ਹੈ ਜਾਂ ਵਧੇਗੀ ਅਗਲੇ ਸਾਲਾਂ ਦੇ ਵਿੱਚ, ਉਹ ਸਿਰਫ ਇੱਕੋ ਕੰਟਰੀ ਹੈ, ਉਹ ਹੈ ਨਾਈਜੀਰੀਆ। ਨਾਈਜੀਰੀਆ ਦੇ ਵਿੱਚ ਅੱਜ ਵੀ ਜਿਹੜੀ ਪਾਪੂਲੇਸ਼ਨ ਹੈ ਉਹ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ। ਔਰ ਉਹ ਕਹਿੰਦੇ 2100 ਤੱਕ ਤਕਰੀਬਨ 80 ਸਾਲਾਂ ਤੱਕ ਜੇ ਸਭ ਤੋਂ ਜ਼ਿਆਦਾ ਚਿਹਰੇ ਨਜ਼ਰ ਆਉਣੇ ਸ਼ੁਰੂ ਹੋਣਗੇ ਕਿਸੇ ਟਾਈਮ, ਤਾਂ ਉਹ ਸਿਆਹ ਮੂਲ ਦੇ ਜਿਹੜੇ ਲੋਕ ਨੇ ਉਹ ਸਾਰੀ ਦੁਨੀਆ ਦੇ ਵਿੱਚ ਵਧਣਗੇ। ਸਿਆਹ ਮੂਲ ਦੇ ਲੋਕ ਜਿਹੜੇ ਨੇ ਉਹੀ ਦੁਨੀਆ ਦੇ ਵਿੱਚ ਮਾਈਗ੍ਰੇਟ ਹੋ ਸਕਦੇ ਨੇ, ਲੇਕਿਨ ਇੰਡੀਆ ਨਾਲੋਂ ਉਹਨਾਂ ਦੀ ਜਿਹੜੀ ਟੋਟਲ ਪਾਪੂਲੇਸ਼ਨ ਹੈ ਉਹ ਫਿਰ ਵੀ ਥੱਲੇ ਰਹੇਗੀ। ਉਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਗੱਲ ਕੀਤੀ ਹੈ ਯੂਨੀਵਰਸਿਟੀ ਆਫ ਵਾਸ਼ਿੰਗਟਨ ਨੇ, ਕਹਿੰਦੇ ਪਲੈਨਟ ਖਾਲੀ ਹੋ ਰਿਹਾ। ਇਹ ਜਿਹੜੀ ਸਾਰੀ ਇਨਫਰਾਸਟ੍ਰਕਚਰ, ਜਿਹੜੀਆਂ ਸਾਰੀਆਂ ਚੀਜ਼ਾਂ, ਕੋਈ ਬਿਜ਼ਨਸ ਹੈ, ਕੋਈ ਘਰ ਹੈ ਜਾਂ ਕੋਈ ਵੀ ਚੀਜ਼ ਅਸੀਂ ਬਣਾ ਰਹੇ ਹਾਂ, ਇਸ ਤੋਂ ਬਾਅਦ ਜਦੋਂ ਇਹਦੇ ਵਿੱਚ ਲੋਕ ਨਾ ਰਹੇ, ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਨੂੰ ਸੰਭਾਲੇਗਾ ਕੌਣ। ਜਦੋਂ ਦੁਨੀਆ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਸਿਰਫ ਬਜ਼ੁਰਗ ਹੋ ਜਾਣਗੇ ਤੇ ਉਹਨਾਂ ਦੇ ਬਦਲੇ ਜਿਹੜੇ ਬੱਚੇ ਹੈ ਉਹ ਬਹੁਤ ਜ਼ਿਆਦਾ ਘਟ ਜਾਣਗੇ।
उस टाइम उन्हां बजुर्गां दी सेहत संभाल नूं असीं वेखांगे किवें। अज जिहड़े बच्चे जम रहे ने उन्हां ने इस सारी दी सारी सिचुएशन जिहड़ी है ये वेखणी है। कहंदे उस वक्त सिचुएशन ये होनी है कि सारियां कंट्रीज़ दे दरवाजे खुले होणगे। इमिग्रेशन चाहिदी है, प्लीज़ साडी कंट्री दे विच आओ, यू आर मोर दैन वेलकम। इस सारी दी सारी जे असी अज वेखते हैं, जदों दे असी जम्मे आ वड्डे होए आ, इंडिया दी बसां दे उपर लिखिया इक्को ही गल गई सी, हम दो हमारे दो। सानूं आई लगदा सी पापूलेशन बहुत ज़्यादा वध रही है, इहनूं घटाउणा चाहीदा। लेकिन अज असी उस जगह दे उपर खड़े आ जिथे पापूलेशन डिकलाइन हो रही है, पापूलेशन बहुत ज़्यादा घट रही है। नवीं पनीरी नवीं पीढ़ी बच्चे जम्मण दे विच ही इंटरस्टिड नहीं है, वो कहंदी साडी अपनी लाइफ है। वल ये सारी दी सारी जिहड़ी सोच है ये सानूं लैके कित्थे जाएगी ये तां वक्त ही दसेगा। बट हाँ, एक बहुत वड्डी चेंज जिहड़ी है साडे बहुत सारे लोकां दे देखते देखते हुण इस दुनिया दे विच आउणी है और वो सानूं हैरान कर देण वाली होएगी। एनी हाउ, जिस तरह कि प्रोफैसर साहब ने गल कीती हैगी है, जिहड़े कि लंडन के प्रोफैसर ने, वो कहंदे फिर इमिग्रेशन जिहड़ी है वो आईनी हो जाएगा कि असी करिए या ना करिए, फिर इमिग्रेशन नसैसिटी बन जानी है, क्योंकि वो दो हत्थां तो बिना कोई भी इकोनॉमी चल ही नहीं सकती। वल दोस्तों, ये सी साडी अज की पहली खबर। हुण चलदे हां साडी अज की दूसरी खबर वल। दूसरी खबर बहुत इंपॉर्टेंट है। अक्सर ही मापियां दे विच दिमाग दे विच एक ख्वाहिश होंदी है कि साडे बच्चे बहुत वधिया सैटल होण, लेकिन कई बारी असी डिसीजन इहो जिहे लै लैंदे आ कि बच्चे उस दे काबिल होण या ना होण, असी चाहुंदे आ कि वो इस मुकाम दे उपर पहुंचण। यही कीता मिस्टर डेविड सिद्धू ने। मिस्टर डेविड सिद्धू BC लायंस फुटबॉल प्लेयर ने, एक बहुत लोगों के रोल मॉडल ने। उन्होंने वो एक बहुत बड़े बिजनेसमैन भी ने, अजकल बिजनेसमैन के तौर पर उन्होंने जानिया जाता है। उन्होंने सैन होजे तो मार्च 8 2019 ਨੂੰ US डिपार्टमेंट ऑफ जस्टिस फॉर कॉन्सपरेसी ते कमिट फ्रॉड दे विच उन्होंने US दे विच बुलाया गया। उन्होंने ते इल्ज़ाम की लगाया गया कि उन्होंने रिश्वत दी है, $2 लाख की रिश्वत, और एक व्यक्ति नूं हायर किया गया। उन्होंने कहा कि अपने दोनों मुंडियां दे सैट एग्जाम्स देने दे वास्ते वो व्यक्ति नूं हायर किया गया, $1 लाख दिता गया। ਉਹਦੇ थ्रू सैट के एग्जाम दवाए गए तो उस तो बाद मिस्टर सिद्धू के ਜਿਹੜੇ दोनों बच्चे ने उन्होंने वधिया यूनिवर्सिटीज़ ਦੇ ਵਿੱਚ एडमिशन मिल गई। उस तो बाद यूनिवर्सिटी ऑफ बर्कले, यूनिवर्सिटी ऑफ कैलीफोर्निया बर्कले ਦੇ ਵਿੱਚ, यूनिवर्सिटी ऑफ सदਰਨ कैलीफोर्निया ਦੇ ਵਿੱਚ मिस्टर सिद्धू के दोनों बच्चे ਜਿਹੜੇ ਨੇ ਉੱਥੇ ਉਹਨਾਂ ਨੂੰ एडमिशन मिली। लेकिन एक किते ना किते कुछ ना कुछ गलत सामने आया तो इन्वेस्टिगेशन शुरू हुई। जदों इन्वेस्टिगेशन शुरू हुई तो उस तो बाद पता लग्या कि ये सारा का सारा काम रिश्वत दे के किया गया सी। वल बड़ी देर तक मिस्टर सिद्धू इस गल तो मुनक्कर रहे। वो कहते मैं रिश्वत नहीं दी हैगी, लेकिन जिस व्यक्ति ने सैट के एग्जाम्स दिते सी उसने अपने गुनाह नूं कबूल किया। वो कहता कि मैं ये गलती की है तो मैं इस दे एवज दे विच $2 लाख मिस्टर सिद्धू तो लए सी। वल हुण US कोर्ट के वलों मिस्टर सिद्धू नूं 90 दिनां दी जिहड़ी है वो जेल की गई है। उस तो वो September 23 नूं उन्हां नूं कस्टडी दे विच लै लिया जाएगा। तो मिस्टर सिद्धू ने ये सारियां नूं वेखदे होए मुआफ़ी मंगी है। उन्होंने ये गल की है, वो कहते मैं बहुत सारे लोगों के लिए रोल मॉडल सी, बहुत सारे लोग मेरे वाल वेखदे सी, लेकिन अज मैं उन्होंने कहना चाहना कि जो मैं किया वो गलत है। मैं उस लिए मुआफ़ी मंगदा तो तुहानू मेरे नालों कोई ज़्यादा चंगा रोल मॉडल जिहड़ा वो चाहिदा। उन्होंने कोर्ट नूं भी ये कहा कि जिहड़ी गलती मैं की है मैं उसनूं मनदा तो मैनू सज़ा जिहड़ी है ये मिलनी चाहिए है। सो 90 दिनों की सज़ा उन्हां दी September 23 नूं जिहड़ी है वो शुरू की जाएगी। दोस्तों, अगली खबर साडे कोले जिहड़ी है वो सुन के तुसी भी हैरान रह जाओगे। पोर्ट कोकटलम एक बहुत ही खूबसूरत जिहा सिटी BC दे विच हैगा। उत्थे साडी पुलिस डिपार्टमेंट नूं बहुत सारे टूणे लभे ने, जादू टोना, जिहदे बारे असी भारती बड़ी चंगी तरह जानते हैं। वो कहते सानू डेंजर लैमनस लभे ने जिहदे विच बहुत सारियां सुइयां पाईयां होईयां ने ते उस तो बाद वो एक ट्री दे उपर लटकाए गए ने।
ਉਹ ਕਹਿੰਦੇ ਪਹਿਲਾ ਜਿਹੜਾ ਸਾਨੂੰ ਨਿੰਬੂ ਲੱਭਿਆ ਹੈਗਾ ਉਹ ਤਕਰੀਬਨ ਗੇਟਸ ਪਾਰਕ ਦੇ ਉੱਪਰ ਦਰਖਤ ਦੇ ਨਾਲ ਲਟਕਦਾ ਹੋਇਆ ਮਿਲਿਆ, ਉਹ ਮਿਲਿਆ ਸੀ ਜੂਨ ਦੇ ਵਿੱਚ। ਲੇਕਿਨ ਦੂਸਰਾ ਨਿੰਬੂ ਜਿਹੜਾ ਹੁਣ ਜੁਲਾਈ 14 ਨੂੰ ਉਹਨਾਂ ਨੂੰ ਕੁਕਟਲਮ ਟ੍ਰੇਲ ਦੇ ਉੱਪਰ ਮਿਲਿਆ ਔਰ ਸੇਮ ਤਰੀਕੇ ਦੇ ਨਾਲ ਉਹਦੇ ਨਾਲ ਇੱਕ ਮੌਲੀ ਬੰਨੀ ਹੋਈ ਹੈ, ਉਹਦੇ ਉੱਪਰ ਬਹੁਤ ਸਾਰੀਆਂ ਸੂਈਆਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ। ਉਸ ਜਿਹੜੇ ਨਿੰਬੂ ਨੂੰ ਦਰਖਤ ਦੇ ਨਾਲ ਲਟਕਾਇਆ ਗਿਆ ਤੇ ਕਿਸੇ ਨੇ ਚੱਕ ਕੇ ਉਸ ਨਿੰਬੂ ਨੂੰ ਗਾਰਬੇਜ ਦੇ ਵਿੱਚ ਸੁੱਟਤਾ। ਤੇ ਹੁਣ ਕਾਰਪੋਰਲ ਮਿਸਟਰ ਮਾਈਕਲ ਮੈਕਲਾਫਨ ਉਹਨਾਂ ਨੇ ਕਿਹਾ ਹੈਗਾ ਕਿ ਇਹ ਨਿੰਬੂ ਕੀ ਚੀਜ਼ ਹੈ, ਉਹਨਾਂ ਨੂੰ ਹਾਲੇ ਤੱਕ ਸਮਝ ਨਹੀਂ ਆਈ। ਉਹ ਕਹਿੰਦੇ ਕਿ ਇਸ ਚੀਜ਼ ਦੀ ਇਨਵੈਸਟੀਗੇਸ਼ਨ ਜਾਰੀ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਹੈ, ਇਹ ਕਹਿੰਦੇ ਜੀ ਇਸ ਦਾ ਅਸੀਂ ਆਈ ਨਹੀਂ ਕਹਿ ਸਕਦੇ ਕਿ ਅਨਨੋਨ ਹੈ ਕਿ ਇਹ ਕਿਉਂ ਕੀਤਾ ਗਿਆ, ਇੱਕ ਲੈਮਨ ਦੇ ਵਿੱਚ ਇੰਨੀਆਂ ਸਾਰੀਆਂ ਸੂਈਆਂ ਕਿਉਂ ਪਾਈਆਂ ਗਈਆਂ ਨੇ ਤੇ ਉਸ ਲੈਮਨ ਨੂੰ ਦਰਖਤ ਦੇ ਨਾਲ ਕਿਉਂ ਬੰਨਿਆ ਗਿਆ, ਲੇਕਿਨ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜਾਰੀ ਹੈ। ਵੱਲ ਮੇਰੇ ਖਿਆਲ ਪਤਾ ਤਾਂ ਇਹ ਉਹਨਾਂ ਲੋਕਾਂ ਨੂੰ ਵੀ ਨਹੀਂ ਹੋਣਾ ਜਿਨ੍ਹਾਂ ਨੇ ਇਹ ਨਿੰਬੂ ਇੱਥੇ ਬੰਨਿਆ, ਤੇ ਪਤਾ ਉਹਨਾਂ ਲੋਕਾਂ ਨੂੰ ਵੀ ਨਹੀਂ ਹੋਣਾ ਜਿਨ੍ਹਾਂ ਨੇ ਇਹ ਸਲਾਹ ਦਿੱਤੀ ਹੈਗੀ ਹੈ ਕਿ ਇਹ ਨਿੰਬੂ ਲਿਜਾ ਕੇ ਦਰਖਤ ਦੇ ਨਾਲ ਬੰਨ੍ਹ ਦਿਓ, ਕਿ ਇਹ ਨਿੰਬੂ ਕਿਉਂ ਬੰਨਿਆ ਗਿਆ। ਬਟ ਵੱਲ ਹੁਣ ਸਾਡੀ ਸਾਰੀ ਕੁਕਟਲਮ ਦੀ ਪੁਲਿਸ ਡਿਪਾਰਟਮੈਂਟ ਇਸ ਦੀ ਭਾਲ ਦੇ ਵਿੱਚ ਹੈ ਜੀ। ਰੱਬ ਖੈਰ ਕਰੇ, ਉਹਨਾਂ ਨੂੰ ਕੁਝ ਲੱਭ ਜੇ ਤਾਂ ਜ਼ਿਆਦਾ ਚੰਗਾ, ਅਦਰਵਾਈਜ਼ ਲੱਭਣ ਨੂੰ ਤਾਂ ਸਾਰੀ ਇੰਡੀਆ ਦੀ ਜਿਹੜੀ ਸਰਕਾਰ ਹੈ ਤੇ ਬਹੁਤ ਸਾਰੇ ਲੋਕ ਨੇ ਰੋਜ਼ ਹੀ ਲੱਗੇ ਹੋਏ ਨੇ ਕਿ ਅਜਿਹੇ ਕੰਮ ਜਿਹੜੇ ਨੇ ਉਹ ਕਿਉਂ ਕੀਤੇ ਜਾਂਦੇ ਨੇ। ਐਨੀ ਹਾਓ ਦੋਸਤੋ, ਇਹ ਸਾਡੇ ਸੀਗਾ ਪਹਿਲਾ ਸੈਗਮੈਂਟ ਐਂਡ ਦੂਸਰੇ ਸੈਗਮੈਂਟ ਦੇ ਵਿੱਚ ਅਸੀਂ ਬਹੁਤ ਇੰਪੋਰਟੈਂਟ ਇੱਕ ਜਿਹੜੀ ਹੈ ਉਹ ਇੰਟਰਵਿਊ ਲੈ ਕੇ ਆ ਰਹੇ ਹਾਂ ਟੈਨੈਂਸੀ ਲਾਅ ਦੇ ਉੱਪਰ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੇ ਹੁਣੇ ਵਾਪਸ ਆਉਣੇ ਆ ਜੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।